ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਵਿਛੜ ਚੁੱਕੇ ਵੀਰ ਸੰਦੀਪ ਸਿੰਘ ਸਿੱਧੂ ਦੀ ਅਰਦਾਸ ਦੇ ਵਿੱਚ ਜੁੜੇ ਬੈਠੇ ਮੌਜੂਦ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਇਸਤਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਵੀਰ ਦੀਪ ਸਿੱਧੂ ਅਕਸਰ ਜਦੋਂ ਉਹ ਬਾਰ-ਬਾਰ ਇੱਕ ਗੱਲ ਕਰਿਆ ਕਰਦਾ ਸੀ ਕਿ ਕਲਾ ਵਰਤਦੀ ਹੈ, ਤਾਂ ਜਿਹੜੀ ਲੈਫਟਿਸਟ ਆਈਡੀਓਲੋਜੀ ਹੈ, ਜਿਹੜੇ ਕਾਮਰੇਡ ਨੇ ਹੱਸਦੇ ਸੀ, ਮਜ਼ਾਕ ਦਾ ਪਾਤਰ ਬਣਾ ਦਿੰਦੇ ਸੀ ਇਹਨਾਂ ਸ਼ਬਦਾਂ ਨੂੰ। ਤੇ ਸ਼ਾਇਦ ਅੱਜ ਉਹ ਵੀ ਸੋਚਣ ਲਈ ਮਜਬੂਰ ਹੋਣਗੇ ਕਿ ਜਿਸ ਤਰ੍ਹਾਂ ਦੀ ਸਮੂਹਿਕ ਚੇਤਨਤਾ ਨੂੰ ਦੀਪ ਸਿੱਧੂ ਨੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਪ੍ਰਗਟ ਕੀਤਾ ਹੈ, ਦਰਅਸਲ ਹੁਣ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਵਰਤਰੀ ਕਲਾ ਦਾ ਝਲਕਾਰਾ ਸੀ। ਅਕਸਰ ਕਈ ਵਾਰ ਸਾਡੀਆਂ ਕੁਝ ਭੈਣਾਂ, ਕੁਝ ਵੀਰ ਹੁਣ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਜੀ, ਸਾਡਾ ਬੱਚਾ ਵੀ ਦੀਪ ਸਿੱਧੂ ਵਾਂਗ ਬਣ ਸਕਦਾ ਹੈ। ਹਰ ਚਾਹੁੰਦਾ ਹੈ ਮੈਂ ਦੀਪ ਸਿੱਧੂ ਬਣਾ, ਤੇ ਮੇਰਾ ਇੱਕ ਜਵਾਬ ਹੁੰਦਾ ਹੈ ਕਿ ਜਿੰਨਾ ਚਿਰ ਤੱਕ ਸਾਡਾ ਹੈ ਨਾ, ਉਹਨਾਂ ਚਿਰ ਤੱਕ ਦੀਪ ਸਿੱਧੂ ਨਹੀਂ ਬਣ ਸਕਦਾ। ਦੀਪ ਸਿੱਧੂ ਸਾਡਾਪਨ ਛੱਡ ਕੇ ਆਇਆ ਸੀ, ਉਹ ਤਾਂ ਤਿਆਗ ਕਰਕੇ ਆਇਆ ਸੀ। ਜਿਸ ਪੌਸ਼ ਲਾਈਫ ਜਾਂ ਜਿਸ ਉਹ ਖੇਤਰ ਦੇ ਵਿੱਚੋਂ, ਜਿਸ ਪੱਧਰ ਦੇ ਵਿੱਚੋਂ, ਜਿਸ ਮਟੀਰੀਅਲਿਜ਼ਮ ਦੀਆਂ ਉਚਾਈਆਂ ਦੇ ਵਿੱਚੋਂ ਸਭ ਕੁਝ ਤਿਆਗ ਕੇ ਆਇਆ ਸੀ, ਉਹਦੇ ਚ ਸਾਡਾ ਕੁਝ ਨਹੀਂ ਹੈ। ਉੱਥੇ ਤਾਂ ਇੱਕ ਵਿਚਾਰਧਾਰਾ ਲੈ ਕੇ ਤੁਰਨਾ ਪਵੇਗਾ ਕਿ ਮੇਰਾ ਮੁਝਮੇ ਜੋ ਕਿਛ ਹੈ ਸੋ। ਜਿੰਨਾ ਚਿਰ ਸਾਡਾ ਹੈ ਉਹਨਾਂ ਚਿਰ ਨਹੀਂ, ਪੰਥ ਦਾ ਬਣਨਾ ਪਵੇਗਾ। ਦੂਸਰੀ ਗੱਲ, ਨਵੇਕਲੇ ਢੰਗ ਦੇ ਨਾਲ, ਕਿਉਂਕਿ ਮੈਂ ਵਕਤ ਦੀ ਬਹੁਤ ਮੈਂ ਕਦਰ ਕਰਦਾ, ਮੈਂ 7 ਮਿੰਟ ਚ ਸਮਾਪਤ ਕਰਨੀ ਹੈ ਗੱਲ। ਜਿਸ ਤਰੀਕੇ ਦੇ ਨਾਲ ਨਵੇਕਲੇ ਢੰਗ ਦੇ ਵਿੱਚ ਦੀਪ ਸਿੱਧੂ ਨੇ ਕੌਮੀ ਪ੍ਰਸੰਗ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ, ਉਹੀ ਕਾਰਨ ਹੈ ਕਿ ਨੌਜਵਾਨੀ ਨੇ ਉਸ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਨਾਇਕ ਸਵੀਕਾਰ ਕੀਤਾ। ਗੱਲ ਚੱਲੀ ਸੀ ਪਾਤਸ਼ਾਹੀ ਦਾਅਵੇ ਦੀ। ਬਾਰ-ਬਾਰ ਦੀਪ ਸਿੱਧੂ ਅਕਸਰ ਆਪਣੇ ਵਿਖਿਆਨਾਂ ਦੇ ਵਿੱਚ ਇਹ ਗੱਲ ਕਰਦਾ ਸੀ ਕਿ ਸਾਡਾ ਨਿਸ਼ਾਨਾ ਪਾਤਸ਼ਾਹੀ ਦਾਅਵਾ ਹੈ। ਇਹ ਹੁੰਦਾ ਹੈ ਕਲੇਮ ਔਨ ਥਰੋਨ, ਰਾਜ ਸੱਤਾ ਦੇ ਉੱਪਰ ਕਾਬਜ਼ ਹੋਣ ਦੀ ਦਾਅਵੇਦਾਰੀ ਰੱਖਣਾ। ਔਰ ਇਹ ਜੋ ਸਭ ਕੁਝ ਹੈ, ਇਹ ਸਾਡੇ ਇਤਿਹਾਸਕ ਵਰਤਾਰਿਆਂ ਦੇ ਵਿੱਚ ਪਿਆ ਹੈ, ਜਿਹੜਾ ਉਹਦੇ ਰਾਹੀਂ ਪ੍ਰਗਟ ਹੋ ਰਿਹਾ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ ਵੈਸੇ, ਇਹ ਸਭ ਕੁਝ ਸਾਡੇ ਇਤਿਹਾਸ ਦੇ ਵਿੱਚ ਪਿਆ ਹੈ। ਦੂਸਰੀ ਗੱਲ, ਮੈਂ ਦੋਵੇਂ ਗੱਲਾਂ ਦੇ ਜਵਾਬ ਤੁਹਾਨੂੰ ਦੇਣੇ ਆ। ਉਹ ਅਕਸਰ ਇਹ ਗੱਲ ਕਿਹਾ ਕਰਦਾ ਸੀ, ਜੇ ਤੁਸੀਂ ਮੈਦਾਨ ਦੇ ਜੰਗ ਦੇ ਵਿੱਚ ਤਾਕਤਵਰ ਹੋ ਤੇ ਤਾਂ ਹੀ ਤੁਸੀਂ ਟੇਬਲ ਟਾਕ ਦੇ ਵਿੱਚ ਤਾਕਤਵਰ ਹੋ ਸਕਦੇ ਹੋ। ਜੇਕਰ ਤੁਸੀਂ ਮੈਦਾਨੇ ਜੰਗ ਦੇ ਵਿੱਚ ਕਮਜ਼ੋਰ ਹੋ, ਤੁਸੀਂ ਦੁਸ਼ਮਣ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਮੇਜ਼ ਦੇ ਉੱਪਰ ਗੱਲ ਨਹੀਂ ਕਰ ਸਕਦੇ। ਇਹ ਵੀ ਸਾਡੇ ਇਤਿਹਾਸਕ ਵਰਤਾਰਿਆਂ 'ਚ ਪਿਆ ਸੀ। ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਉਸ ਦੀ ਜੰਗ ਮਰਹੱਟਿਆਂ ਦੇ ਨਾਲ ਵੀ ਹੋਈ ਹੈ, ਮਰਹੱਟਿਆਂ ਦੀ ਹਾਰ ਹੋਈ। ਲੰਬਾ ਸਮਾਂ, ਕਰੀਬ 1.5 ਦਹਾਕਾ ਉਹਨਾਂ ਦਾ ਲੱਕ ਸਿੱਧਾ ਨਹੀਂ ਹੋਇਆ। ਸ਼ਾਹ ਮੁਹੰਮਦ ਦੇ ਪਰਿਵਾਰ ਦੇ ਨਾਲ ਦਿੱਲੀ ਦੇ ਬਾਦਸ਼ਾਹ ਨਾਲ ਜੰਗ ਹੋਈ। ਮੀਰ ਮਨੂੰ ਦਾ ਬਾਪ ਕਮਰੂਦੀਨ ਮੀਰ ਆਤਸ਼, ਜੰਗ ਹੋਈ। ਇਹ ਸਾਰੇ ਉਸ ਤੋਂ ਹਾਰੇ ਨੇ। ਪਰ ਕੀ ਇਹਨਾਂ ਧਿਰਾਂ ਚੋਂ ਅਹਿਮਦ ਸ਼ਾਹ ਅਬਦਾਲੀ ਨੇ ਕਿਸੇ ਨੂੰ ਗੱਲਬਾਤ ਦਾ ਸੱਦਾ ਦਿੱਤਾ? ਗੱਲਬਾਤ ਦਾ ਸੱਦਾ ਉਸਨੇ ਕਿਸ ਨੂੰ ਦਿੱਤਾ? ਜਿਹੜੇ ਤੁਹਾਡੇ ਵਾਰਿਸ ਕੁੱਪ ਰਹੀੜੇ ਦੇ ਮੈਦਾਨ ਦੇ ਵਿੱਚ ਲੜੇ, ਵੱਡੇ ਘੱਲੂਘਾਰੇ ਦੇ ਵਿੱਚ। ਉਸ ਨੇ ਵੇਖ ਲਿਆ ਕਿ ਇਹ ਮੈਦਾਨੇ ਜੰਗ ਦੇ ਵਿੱਚ ਕਿਸ ਤਰ੍ਹਾਂ ਦੇ ਨੇ, ਇਹਨਾਂ ਦਾ ਲੜਨ ਦਾ ਤਰੀਕਾ ਕੀ ਹੈ, ਇਹ ਕਿਵੇਂ ਦੇ ਤੇਜ਼ਨ ਨੇ, ਇਹ ਕਿਵੇਂ ਦੇ ਘੋੜਸਵਾਰ ਨੇ। ਉਸ ਨੇ ਗੱਲਬਾਤ ਦਾ ਸੱਦਾ ਵੀ ਤੁਹਾਡੇ ਵਡੇਰਿਆਂ ਨੂੰ ਦਿੱਤਾ। ਹੁਣ ਉਹ ਕਿਉਂ ਦਿੱਤਾ? ਕਿਉਂਕਿ ਉਹ ਮੈਦਾਨੇ ਜੰਗ ਦੇ ਵਿੱਚ ਤੁਹਾਡੇ ਕਰਤੱਵ ਵੇਖ ਚੁੱਕਾ ਸੀ।
ਉਹ ਸਰਦਾਰ ਚੜ੍ਹਤ ਸਿੰਘ ਦੀ ਜੰਗ ਕਰਦਿਆਂ ਵੇਖ ਚੁੱਕਾ ਸੀ, ਉਹ ਜੱਸਾ ਸਿੰਘ ਆਹਲੂਵਾਲੀਆ ਨੂੰ ਵੇਖ ਚੁੱਕਾ ਸੀ, ਉਹ ਮਿੱਤ ਸਿੰਘ ਡੱਲੇਵਾਲੀਆ ਨੂੰ ਵੇਖ ਚੁੱਕਾ ਸੀ, ਉਹ ਜੱਸਾ ਸਿੰਘ ਰਾਮਗੜੀਆ ਨੂੰ ਵੇਖ ਚੁੱਕਾ ਸੀ। ਉਹ ਵੇਖ ਚੁੱਕਾ ਸੀ ਜਰਨੈਲ ਲੜਦੇ ਕਿਵੇਂ ਨੇ। ਉਹ ਸੋਚ ਰਿਹਾ ਸੀ ਕਿ ਇੰਨੇ ਵੱਡੇ ਕਤਲੇਆਮ ਤੋਂ ਬਾਅਦ ਇਹ ਸਿੱਖ ਕੌਮ ਕਦੀ ਦੁਬਾਰਾ ਲੱਕ ਸਿੱਧਾ ਨਹੀਂ ਕਰ ਸਕੇਗੀ, ਉੱਠ ਨਹੀਂ ਸਕੇਗੀ। ਤੇ ਉਸੇ ਰਾਤ ਜਦੋਂ ਤੁਹਾਡੇ ਜਰਨੈਲ 50,000 ਕੌਮ ਦੀ ਲਾਸ਼ ਦੇ ਸਾਹਮਣੇ ਖੜੇ ਸੀ ਤੇ ਉਹ ਰਹਿਰਾ ਸਭ ਦਾ ਪਾਠ ਕਰਕੇ ਅਰਦਾਸ ਕਰ ਰਹੇ ਸੀ, ਤਤ ਖਾਲਸਾ ਰਹਿ ਗਇਓ ਗਇਓ ਸੋ ਖੋਟ ਗਵਾਏ। ਉਹਦੇ ਜਰਨੈਲ ਉਸ ਸ਼ਾਮ ਵਿਚਾਰਾ ਕਰ ਰਹੇ ਸੀ ਕਿ ਮਰੱਟੇ ਤਾਂ ਸਾਡੇ ਅੱਗੇ ਟਿਕ ਨਹੀਂ ਸਕੇ, ਆ ਥੋੜੇ ਜਿਹੇ ਸਿੱਖ ਕਿਵੇਂ ਟਿਕ ਗਏ। ਤੇ ਤੁਹਾਡੇ ਜਰਨੈਲ ਉਸ ਰਾਤ ਵਿਚਾਰਾ ਕਰ ਰਹੇ ਸੀ ਕਿ ਮਰੱਟਿਆਂ ਦੇ ਨਾਲ ਲੜਦੇ ਲੜਦੇ ਅਬਦਾਲੀ ਨੇ ਹਦਵਾਣੇ ਦੇ ਭਲੇਖੇ ਪੱਥਰਾਂ ਨੂੰ ਮੂੰਹ ਮਾਰ ਲਿਆ। ਤੁਹਾਡੇ ਜਰਨੈਲ ਇਹ ਗੱਲਾਂ ਕਰ ਰਹੇ ਸੀ। ਫਿਰ ਤੁਹਾਡੀ ਇਸ ਬਹਾਦਰੀ ਚੋਂ ਖੁੱਲਿਆ ਗੱਲਬਾਤ ਦਾ ਰਾਹ। ਪਰ ਗੱਲਬਾਤ ਕਰਨ ਵਾਲੇ ਕੌਣ ਸੀ? ਜਿਹੜੇ ਮੈਦਾਨੇ ਜੰਗ ਦੇ ਵੀ ਜੇਤੂ ਜਰਨੈਲ ਸੀ। ਤੁਸੀਂ 84 ਦੇ ਵਿੱਚ ਵੇਖਿਆ ਸਾਡੇ ਮੈਦਾਨੇ ਜੰਗ ਦੇ ਵਿੱਚ ਲੜਨ ਵਾਲੇ ਯੋਧੇ ਜਿਹੜੇ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹ ਤੇ ਉਹਨਾਂ ਦੇ ਸਾਥੀ ਕਿਵੇਂ ਲੜਦੇ ਨੇ। ਤੇ ਬਾਅਦ ਦੇ ਵਿੱਚ ਜਦੋਂ ਟੇਬਲ ਟਾਕ ਤੇ ਗੱਲ ਆਈ, ਉਹ ਲੜਨ ਚ ਜਾਂ ਲੜਨ ਵਾਲੇ ਯੋਧੇ ਨਹੀਂ ਸੀ, ਟੇਬਲ ਟਾਕ ਦੀ ਕੋਰ ਹਾਰ ਗਏ। ਰਣਜੀਤ ਲੌਂਗੋਵਾਲ ਸਮਝੌਤਾ ਤੁਹਾਡੇ ਸਾਹਮਣੇ ਮਿਸਾਲ ਇਸ ਗੱਲ ਦੀ, ਕਿਉਂਕਿ ਮੈਦਾਨੇ ਜੰਗ ਦੇ ਵਿੱਚ ਲੜਨ ਵਾਲੇ ਲੋਕ ਹੀ ਟੇਬਲ ਟਾਕ ਤੇ ਕਾਬਜ਼ ਹੁੰਦੇ ਨੇ। ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ 2 ਕਾਸਦ ਤੇ ਸਰਦਾਰ ਨਾਨੂ ਸਿੰਘ ਗਰੇਵਾਲ ਨੂੰ ਮਹਾਰਾਜਾ ਪਟਿਆਲਾ ਦੇ ਨਾਲ ਗੱਲਬਾਤ ਕਰਕੇ ਭੇਜਿਆ ਆਲਾ ਸਿੰਘ ਦੇ ਨਾਲ। ਉਹਨਾਂ ਨੇ ਆ ਕੇ ਕਿਹਾ, ਉਸ ਪੇਸ਼ਕਸ਼ ਨੂੰ ਵੇਖੋ, ਉਹਨਾਂ ਨੇ ਆ ਕੇ ਕਿਹਾ ਅਬਦਾਲੀ ਹੁਣ ਤੁਹਾਡੇ ਨਾਲ ਜੰਗ ਨਹੀਂ ਲੜੇਗਾ, ਅਬਦਾਲੀ ਹੁਣ ਕਤਲੇਆਮ ਨਹੀਂ ਕਰੇਗਾ ਤੁਹਾਡਾ, ਅਸੀਂ ਇਸ ਗੱਲ ਦੀ ਗਰੰਟੀ ਦਿੰਨੇ ਆ। ਇਹਦੇ ਇਵਜ਼ ਦੇ ਵਿੱਚ ਥੋੜੀ ਜੀ ਮੱਕੀ, ਬਾਜਰਾ, ਗਵਾਰਾ, ਜਵਾਰ, ਜੋ ਉਦੋਂ ਸਥਾਨਕ ਫਸਲਾਂ ਹੁੰਦੀਆਂ ਸੀ, 6 ਮਹੀਨਿਆਂ ਬਾਅਦ ਤੁਸੀਂ ਨਜ਼ਰਾਨੇ ਦੇ ਤੌਰ ਤੇ ਸ਼ਾਹ ਨੂੰ ਦੇ ਦਿਆ ਕਰੋ, ਰਾਜ ਕਰੋ। ਹੁਣ ਸਾਡੇ ਵਰਗਾ ਹੋਵੇ ਸਿੱਖ, ਅੱਜ ਵਰਗਾ, ਕਿੰਨਾ ਸਸਤਾ ਸੌਦਾ। ਬੱਚਿਆਂ ਦੀਆਂ ਜਾਨਾਂ ਬਚਦੀਆਂ ਨੇ, ਪਰਿਵਾਰ ਬਚਦੇ ਨੇ, ਲੜਨਾ ਨਹੀਂ ਪੈਂਦਾ, ਜੇਲ੍ਹ 'ਚ ਨਹੀਂ ਜਾਣਾ ਪੈਂਦਾ, ਕੇਸ ਨਹੀਂ ਪਾਉਣੇ ਪੈਂਦੇ। ਕਿੰਨਾ ਸਸਤਾ ਸੌਦਾ। ਥੋੜੀ ਜੀ ਕਣਕ ਦੇ ਦਿਓ, ਬਾਜਰਾ ਦੇ ਦਿਓ, ਗੁਆਰਾ ਦੇ ਦਿਓ, ਮੱਕੀ ਦੇ ਦਿਓ, ਮੋਠ ਦੇ ਦਿਓ, ਜੌਂ ਦੇ ਦਿਓ, ਜੋ ਸਥਾਨਕ ਫਸਲਾਂ ਸੀ। ਪਰ ਜਰਨੈਲ ਆਪਸ 'ਚ ਗੱਲ ਕਰਦੇ ਨੇ, ਕਿਉਂਕਿ ਉਹ ਜੰਗ 'ਚ ਲੜ ਚੁੱਕੇ ਨੇ, ਆਪਣੇ ਜ਼ੋਹਰ ਵਿਖਾ ਚੁੱਕੇ ਨੇ। ਤੇ ਫਿਰ ਉਹ ਅਹਿਮਦ ਸ਼ਾਹ ਅਬਦਾਲੀ ਦੇ ਏਲਚੀ ਨੂੰ ਜਵਾਬ ਦਿੰਦੇ ਨੇ, ਜਿਸ ਦਾ ਜ਼ਿਕਰ ਸਰਦਾਰ ਸੋਹਣ ਸਿੰਘ ਸੀਤਲ ਹੋਣਾ ਨੇ ਕੀਤਾ। ਕਹਿੰਦੇ ਸਿੱਖਾਂ ਨੇ ਕਿਹਾ ਕਿ ਗੱਲ ਇਹ ਨਹੀਂ ਹੈ ਕਿ ਅਸੀਂ ਜਿਉਣਾ ਨਹੀਂ ਚਾਹੁੰਦੇ, ਗੱਲ ਇਹ ਹੈ ਕਿ ਅਸੀਂ ਗੁਲਾਮੀ 'ਚ ਜਿਉਣਾ ਨਹੀਂ ਚਾਹੁੰਦੇ। ਜਿਹੜਾ ਜਵਾਬ ਦਿੱਤਾ, ਉਸ ਜਵਾਬ ਦੇ ਸ਼ਬਦ ਸਰਦਾਰ ਸੋਹਣ ਸਿੰਘ ਸੀਤਲ ਨੇ ਲਿਖੇ ਨੇ ਕਿ ਖਾਲਸਾ ਹੀ ਜਲਾਲ ਦਾ ਪ੍ਰਗਟਾ ਉਸ ਵੇਲੇ ਹੋ ਗਿਆ ਜਦੋਂ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਲਿਖ ਕੇ ਭੇਜਿਆ, ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ, ਹੱਥ ਤੇਗ ਉਠਾ ਕੇ ਸ਼ਰਤਾਂ ਲਿਖਾਂਗੇ ਰਤ ਨਾਲ, ਖੈਬਰ ਕੋਲ ਜਾ ਕੇ ਉਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਗੱਲ ਤਾਂ ਇੱਥੇ ਟਿਕੀ ਹੋਈ ਹੈ। ਗੱਲ ਜ਼ਿੰਦਗੀ ਜਿਉਣ ਦੀ ਨਹੀਂ ਹੈ, ਗੱਲ ਆਜ਼ਾਦ ਜ਼ਿੰਦਗੀ ਜਿਉਣ ਦੀ ਹੈ। ਇਹੀ ਸੀ ਗੱਲ ਜਿਹੜੀ ਦੀਪ ਸਿੱਧੂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ। ਉਹਦੀ ਅਗਲੀ ਗੱਲ ਸੀ ਪਾਤਸ਼ਾਹੀ ਦਾਵਾ। ਪਾਤਸ਼ਾਹੀ ਦਾਵਾ ਕਿੱਥੇ ਆਉਂਦਾ ਹੈ? ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਹੋਣਾ ਨੇ ਇਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ। ਪਾਤਸ਼ਾਹੀ ਦਾਵਾ ਕੱਲਾ ਜੰਗ ਦੇ ਵਿੱਚ ਨਹੀਂ ਹੁੰਦਾ, ਜੰਗ 'ਚ ਹੁੰਦਾ ਹੈ ਪਰ ਕੱਲਾ ਜੰਗ ਦੇ ਵਿੱਚ ਨਹੀਂ ਹੁੰਦਾ। ਪਾਤਸ਼ਾਹੀ ਦਾਵਾ ਤੁਹਾਨੂੰ ਗੱਲਬਾਤ ਦੇ ਵਿੱਚ ਵੀ ਕਾਇਮ ਰੱਖਣਾ ਪੈਂਦਾ। ਉਹ ਕਿਸ ਤਰ੍ਹਾਂ ਦਾ ਹੈ? ਜਿਸ ਵੇਲੇ ਨਾਦਰ ਸ਼ਾਹ ਦਾ ਸਿੱਖਾਂ ਨੇ ਬੁਰਾ ਹਾਲ ਕੀਤਾ ਤੇ ਨਾਦਰ ਸ਼ਾਹ ਦੀ ਗੱਲਬਾਤ ਹੁੰਦੀ ਹੈ ਜ਼ਕਰੀਆ ਖਾਨ ਦੇ ਨਾਲ, ਤੇ ਜ਼ਕਰੀਆ ਖਾਨ ਤੋਂ ਕੋਲੋਂ ਸਿੱਖਾਂ ਦੇ ਬਾਰੇ ਜਦੋਂ ਸਾਰੀ ਮਾਲੂਮਾਤ ਹਾਸਲ ਕਰਦਾ ਹੈ ਤਾਂ ਉਸ ਵੇਲੇ ਜਿਹੜਾ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਆਪਣੀ ਫਾਰਸੀ ਜ਼ੁਬਾਨ 'ਚ ਇੱਕ ਗੱਲ ਪਤਾ ਕੀ ਕਹਿੰਦਾ? ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ।
मैं ਇਹਦੇ ਅਰਥ ਤੁਹਾਨੂੰ ਬਾਅਦ ਚ ਦੱਸਦਾ, ਪਹਿਲਾਂ ਇਹ ਦੱਸਾਂ ਗੱਲ ਕੀ ਹੁੰਦੀ। ਕਹਿੰਦਾ ਕੌਣ ਨੇ? ਕਹਿੰਦਾ ਸਿੱਖ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ। ਕਹਿੰਦਾ ਖਾਂਦੇ ਕੀ ਨੇ? ਕਹਿੰਦਾ ਘਾਹ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ। ਕਹਿੰਦਾ ਗੁਰੂ ਕੌਣ ਆ? ਇੱਥੇ ਫਿਰ ਗੱਲ ਆਉਂਦੀ ਹੈ, ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਦਾ ਗੁਰੂ ਜਿਹੜਾ ਹੈ ਨਾ, ਉਸ ਨੇ ਇਹਨਾਂ ਨੂੰ ਖੰਡੇ ਬਾਟੇ ਦੀ ਐਸੀ ਪਾਹੁਲ ਦੇ ਦਿੱਤੀ ਹੈ ਕਿ ਅਸੀਂ ਮਾਰਦੇ ਮਾਰਦੇ ਮਰ ਚੱਲੇ, ਪਰ ਇਹ ਨਹੀਂ ਮਰਦੇ। ਫਿਰ ਉਸ ਦੀ ਜ਼ੁਬਾਨ ਦੇ ਉੱਪਰ ਸ਼ਬਦ ਪਤਾ ਕੀ ਆਇਆ? ਇਹ ਨਾਦਰ ਸ਼ਾਹ ਕਹਿ ਰਿਹਾ, ਅਜ਼ੀਂ ਕੌਮ ਬੂ ਬਾਦਸ਼ਾਹੀ ਆਮਦ, ਇਸ ਕੌਮ ਚੋਂ ਹੁਣ ਬਾਦਸ਼ਾਹੀ ਦਾਅਵੇ ਦੀ ਬੋ ਆਉਂਦੀ ਹੈ। ਇਹ ਨਾਦਰ ਸ਼ਾਹ ਕਹਿ ਰਿਹਾ। ਫਿਰ ਸਿੱਖਾਂ ਨੂੰ ਪੇਸ਼ਕਸ਼ ਹੁੰਦੀ ਹੈ ਨਵਾਬੀ ਦੀ, ਤੇ ਉਦੋਂ ਜਿਹੜਾ ਸਿੱਖਾਂ ਦਾ ਉਸ ਵੇਲੇ ਦਾ ਜਰਨੈਲ ਸਰਦਾਰ ਦਰਬਾਰਾ ਸਿੰਘ ਹੈ, ਉਹ ਕਿਸ ਤਰ੍ਹਾਂ ਦਾ ਜਰਨੈਲ ਹੋਵੇਗਾ? ਇਹ ਨਵਾਬੀ ਦੀ ਪੇਸ਼ਕਸ਼ ਹੁੰਦੀ ਹੈ ਅਪ੍ਰੈਲ 1733 ਦੇ ਵਿੱਚ, ਤੇ 1712 ਤੋਂ ਲੈ ਕੇ 1716 ਤੱਕ 6 ਵਾਰ ਲਗਾਤਾਰ ਜਨਤਕ ਤੌਰ ਤੇ ਹੁਕਮ ਜਾਰੀ ਹੋ ਚੁੱਕਾ ਹੈ, ਨਾਨਕ ਪ੍ਰਸਤਾਂ ਬਾ ਬਿਆੰਦ ਬਾ ਕਤਲ ਰਸਾਨੰਦ। ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ, ਸਿਰ ਵੱਢ ਕੇ ਲੈ ਆਓ। ਇੰਨੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਤੁਹਾਨੂੰ ਨਵਾਬੀ ਦੀ ਪੇਸ਼ਕਸ਼ ਹੋ ਰਹੀ ਹੈ, ਪਰ ਤੁਹਾਡਾ ਲੀਡਰ ਜਿਹੜਾ ਮੈਦਾਨੇ ਜੰਗ ਦੇ ਵਿੱਚੋਂ ਜੁਝਾਰੂ ਪੰਚੋਂ ਨਿਕਲਿਆ, ਉਹ ਉਸ ਗੱਲਬਾਤ ਦੇ ਬਾਰੇ ਸਰਦਾਰ ਸ਼ਬੇਕ ਸਿੰਘ ਨੂੰ ਕਹਿ ਰਿਹਾ, ਹਮਕੋ ਲੋੜ ਨਵਾਬੀ ਨਹੀਂ, ਹਮਕੋ ਪਾਤਸ਼ਾਹੀ ਨਾਨਕ ਦਈ, ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਸਾਡੀ ਗੱਲ ਤਾਂ ਗੁਲਾਮੀ ਦੀ ਹੈ ਹੀ ਨਹੀਂ, ਸਾਡਾ ਨਿਸ਼ਾਨਾ ਤਾਂ ਪਾਤਸ਼ਾਹੀ ਦਾਵਾ ਹੈ। ਜੇ ਗੁਰੂ ਦੀ ਗੋਦ ਦੇ ਵਿੱਚ ਬਰਾਜਾਂਗੇ ਸ਼ਹੀਦ ਹੋ ਕੇ ਤਾਂ ਵੀ ਪਾਤਸ਼ਾਹੀ ਹੈ, ਤੇ ਜੇ ਅਸੀਂ ਜਿੱਤਾਂਗੇ ਜੰਗ ਦੇ ਵਿੱਚ ਤਾਂ ਵੀ ਪਾਤਸ਼ਾਹੀ ਹੈ। ਸਾਡੀ ਲੋਕ ਦੇ ਵਿੱਚ ਵੀ ਪਾਤਸ਼ਾਹੀ ਤੇ ਸਾਡੀ ਪਰਲੋਕ ਦੇ ਵਿੱਚ ਵੀ ਪਾਤਸ਼ਾਹੀ। ਸੋ ਵਕਤ ਸਮਾਪਤ ਹੈ, ਫਿਰ ਕਿਤੇ ਮੌਕਾ ਮਿਲਿਆ ਜ਼ਰੂਰ ਇਹ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਮੈਂ ਖੁਦ ਚਾਹੁੰਦਾ ਇਹ ਸਾਰੀਆਂ ਗੱਲਾਂ ਕੀਤੀਆਂ ਜਾਣ। ਮੈਂ ਹੁਣ ਜਦੋਂ ਮਾਨ ਸਾਹਿਬ ਦੇ ਕੋਲ ਆਉਣਾ ਸੀ ਤਾਂ ਮਾਨ ਸਾਹਿਬ ਦਾ ਫੋਨ ਆਇਆ, ਕਹਿੰਦੇ ਪਹਿਲਾਂ ਮੇਰੇ ਕੋਲ ਆ ਜਾਓ। ਮੈਂ ਆ ਗਿਆ ਇਹਨਾਂ ਦੇ ਕੋਲ। ਇਹਨਾਂ ਨੇ ਵੀ ਮੈਨੂੰ ਇੱਕ ਸਵਾਲ ਹੀ ਕੀਤਾ, ਸ਼ਾਇਦ ਇਹਨਾਂ ਨੇ ਵੀ ਮੈਨੂੰ ਪਰਖਣਾ ਹੀ ਸੀ। ਇਹਨਾਂ ਨੇ ਵੀ ਮੈਨੂੰ ਇੱਕ ਸਵਾਲ ਹੀ ਕੀਤਾ ਤੇ ਮੈਂ ਉਸ ਦਾ ਜਵਾਬ ਦੇਣ ਦਾ ਯਤਨ ਕੀਤਾ। ਪਤਾ ਨਹੀਂ ਉਹਨਾਂ ਨੂੰ ਕਿਵੇਂ ਲੱਗਿਆ, ਉਹ ਗੱਲ ਵੱਖਰੀ ਹੈ। ਪਰ ਮੈਂ ਚਾਹੁੰਦਾ ਕਿ ਸਾਰੇ ਨੌਜਵਾਨ ਜਿਹੜੇ ਵੀਰ ਨੇ, ਇਤਿਹਾਸ ਦੇ ਨਾਲ, ਇਤਿਹਾਸਕ ਵਰਤਾਰਿਆਂ ਦੇ ਨਾਲ ਜੁੜੀਏ। ਵਾਰਿਸ ਪੰਜਾਬ ਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਹੈ ਵੀਰ ਨੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਬਹੁਤ ਜਲਦੀ ਹੀ ਇਸ ਦੀਆਂ ਜਿਹੜੀਆਂ ਇਕਾਈਆਂ ਅਸੀਂ ਉਹ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਥਾਪਿਤ ਕਰਨ ਦਾ ਜਿਹੜਾ ਉਹ ਯਤਨ ਕਰਾਂਗੇ, ਤਾਂ ਕਿ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਸਾਰੇ ਵਰਤਾਰੇ ਦੇ ਬਾਰੇ ਜਾਗਰੂਕ ਕਰ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਇੱਕ ਆਖਰੀ ਗੱਲ ਸ਼ਾਇਰ ਮਸ਼ਕ ਡਾਕਟਰ ਮੁਹੰਮਦ ਇਕਬਾਲ ਦੀ, ਕਿ ਜੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਨੀ ਹੈ ਤੇ ਕਬੂਤਰ ਬਣਿਆ ਗੱਲ ਨਹੀਂ ਬਣਨੀ, ਬਾਜ਼ ਬਣਨਾ ਪੈਣਾ। इकबाल लिखदा है, मामो कबूतर का भूखा नहीं, मैं कहे जिंदगी बाज की जायदाना। कबूतर पलट बाजियां बाजियां बूजियां बड़ियां पाउंदे ने, विखाए जांदे ने शो उन्हां दे, पर लपटना झपटना झपट कर लपटना लहू गर्म रखने का है एक बहाना। पर बाज की खेड तो बड़ी वखरी है, फिर तुहानूं उल्ट दिशा च उड्डना पैंदा है। पंछी जिन्ने भी हुंदे ने वो हवा की दिशा च उड़ते हैं, पर जिहड़ा बाज इन्हां दी एक विलक्षणता है, तुंदिए बादिए बरखिलाफ से मत घबरा ए उकाब, जे तो चलती है तुझे ऊंचा उड़ाने के लिए। वो हवा की दिशा दे उल्ट उड़दा है, तुहानूं उल्ट चलना ही पैना है। सो इन्नियां बेनतियां प्रवान। फतेह दी सांझ सत्कार सहित आखना जी। वाहिगुरू जी का खालसा, वाहिगुरू जी की फतेह। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।